ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਦੋਸਤੋ ਅੱਜ ਇੱਕ ਅਸੀਂ ਇਹੋ ਜਿਹੇ ਟੌਪਿਕ 'ਤੇ ਗੱਲ ਕਰ ਰਹੇ ਹਾਂ, ਇੱਕ ਮੁੱਦੇ 'ਤੇ ਜਿਹੜਾ ਬੜਾ ਅਜੀਬ ਜਿਹਾ ਲੱਗਦਾ ਹੈ, ਕਿਉਂਕਿ ਪੰਜਾਬ ਦੇ ਕਿਸਾਨ ਮਹੀਨੇ ਤੋਂ ਉੱਤੇ ਹੋ ਗਏ ਆਪਣੀ ਆਵਾਜ਼ ਪਹੁੰਚਾਉਣ ਲਈ ਖੇਤੀ ਆਰਡੀਨੈਂਸ ਕਾਨੂੰਨ ਦੇ ਖਿਲਾਫ। ਉਹ ਆਵਾਜ਼ ਤਾਂ ਦਿੱਲੀ ਨਹੀਂ ਪਹੁੰਚੀ, ਪਰ ਜਿਹੜਾ ਧੂੰਆਂ ਜਿਹਦੀ ਰਫ਼ਤਾਰ ਆਵਾਜ਼ ਤੋਂ ਵੀ ਘੱਟ ਹੁੰਦੀ ਹੈ ਉਹ ਦਿੱਲੀ ਪਹੁੰਚ ਗਿਆ। ਉਹਦੇ ਤੇ ਮਾਮਲੇ 'ਤੇ ਕੇਂਦਰ ਨੇ ਇੱਕ ਆਰਡੀਨੈਂਸ ਲੈ ਕੇ ਆਇਆ। ਇਹ ਆਰਡੀਨੈਂਸ ਕੀ ਹੈ, ਇਹਦੇ 'ਚ ਕੀ ਖਾਮੀਆਂ, ਕਿਸਾਨਾਂ ਲਈ ਖਤਰਨਾਕ ਕਿੰਨਾ ਕੁ ਸਾਬਤ ਹੋਊਗਾ, ਇਹਦੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਤੁਹਾਡਾ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਹਮੀਰ ਜੀ, ਇਹ ਦੱਸੋ ਵੀ ਆਰਡੀਨੈਂਸ ਕੀ ਆ? ਹਾਂ, ਇਹ ਆਰਡੀਨੈਂਸ ਅਸਲ ਦੇ ਵਿੱਚ ਤਾਂ ਇਹ ਪਿਛਲੇ 8 ਸਾਲਾਂ ਤੋਂ ਪੰਗਾ ਪੈਂਦਾ ਆ ਰਿਹਾ, ਅਕਤੂਬਰ ਅਤੇ ਨਵੰਬਰ ਦੇ ਵਿੱਚ, ਕਿ ਜੀ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਦੀ ਪਰਾਲੀ ਦਾ ਜਿਹੜਾ ਧੂੰਆਂ ਹੈ, ਖਾਸ ਤੌਰ 'ਤੇ ਪੰਜਾਬ ਦਾ, ਉਹ ਦਿੱਲੀ ਚਲਾ ਜਾਂਦਾ। NCR ਖਾਸ ਤੌਰ 'ਤੇ ਦਿੱਲੀ ਨੂੰ ਔਖਾ ਹੁੰਦਾ। ਹੁਣ ਇੱਕ PIL ਸੁਪਰੀਮ ਕੋਰਟ ਦੇ ਵਿੱਚ ਪਈ ਹੋਈ ਹੈ। ਉਹ ਸੁਪਰੀਮ ਕੋਰਟ ਪੁੱਛ ਰਹੀ ਹੈ ਵਾਰ-ਵਾਰ ਸਰਕਾਰਾਂ ਤੋਂ, ਕੀ ਕਰ ਰਹੇ ਹੋ? ਤਾਂ ਪਹਿਲਾਂ ਤਾਂ ਸੁਪਰੀਮ ਕੋਰਟ ਨੇ ਇੱਕ ਸਾਬਕਾ ਜੱਜ ਦੀ ਅਗਵਾਈ ਦੇ ਵਿੱਚ, ਮਦਨ ਡੋਕੁਰ ਦੀ ਅਗਵਾਈ 'ਚ ਕਮੇਟੀ ਬਣਾਤੀ ਸੀ ਕਿ ਤੁਸੀਂ ਦੇਖੋ। ਫਿਰ ਕੇਂਦਰ ਸਰਕਾਰ ਨੇ ਇੱਕ ਉਹਨਾਂ ਨੂੰ ਪ੍ਰਪੋਜ਼ਲ ਦੇਤੀ ਕਿ ਅਸੀਂ ਕਾਨੂੰਨ ਲਿਆ ਰਹੇ ਹਾਂ ਨਵਾਂ, ਤੁਸੀਂ ਇਹ ਕਮੇਟੀ ਨੂੰ ਨਾ ਕੰਮ ਦਿਓ। ਜਿਹੜਾ ਆਰਡੀਨੈਂਸ ਕੱਲ੍ਹ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਰੱਖਿਆ, ਉਹ ਅਜੀਬੋ ਗਰੀਬ ਕਿਸਮ ਦਾ ਆਰਡੀਨੈਂਸ ਹੈ। ਵੈਸੇ ਤਾਂ ਜੇ ਕਿਹਾ ਜਾਏ, ਕਾਨੂੰਨਾਂ ਦੀ ਪਹਿਲਾਂ ਹੀ ਘਾਟ ਨਹੀਂ ਹੈ ਦੇਸ਼ ਦੇ ਵਿੱਚ। ਵਾਤਾਵਰਨ ਨਾਲ ਸੰਬੰਧਿਤ ਵੀ ਕਾਨੂੰਨ ਇੰਨੇ ਸਖਤ ਨੇ। ਉਹਨਾਂ ਦੇ ਲਈ ਅੱਗੇ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਹੈ, ਫਿਰ ਪੰਜਾਬ ਦੇ ਵਿੱਚ ਜਾਂ ਸੂਬਿਆਂ ਦੇ ਵਿੱਚ ਕੰਟਰੋਲ ਬੋਰਡ ਨੇ, ਔਰ ਹੋਰ ਕਈ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦੇ ਤਹਿਤ ਜੁਰਮਾਨੇ ਵੀ ਹੁੰਦੇ ਨੇ। ਵੀ ਡਿਪਟੀ ਕਮਿਸ਼ਨਰਾਂ ਕੋਲ ਵੈਸੇ ਹੀ ਬਹੁਤ ਅਥਾਹ ਅਧਿਕਾਰ ਨੇ ਜੇਕਰ ਇਹ ਗੱਲ ਕਰਨੀ ਹੋਵੇ। ਪਰ ਹੁਣ ਜਿਹੜਾ ਕੇਂਦਰ ਸਰਕਾਰ ਨੇ ਕੀਤਾ ਹੈ, ਉਹ ਦੋ ਬਹੁਤ ਇਹੋ ਜਿਹੀਆਂ ਗੱਲਾਂ ਕੀਤੀਆਂ ਨੇ। ਹੋਰ ਕੋਈ ਉਹ 'ਚ ਤਬਦੀਲੀ ਨਹੀਂ। ਵੱਡੀ ਤਬਦੀਲੀ ਇਹ ਹੈ ਜਿਹਦੇ 'ਚ ਉਹਨਾਂ ਨੇ ਪੈਨਲਟੀ ਅਤੇ ਜੁਰਮਾਨਾ ਵਧਾਤਾ ਅਤੇ ਸਜ਼ਾ ਦਾ ਪ੍ਰਾਵਧਾਨ ਵਧਾਤਾ। ਪਹਿਲੀ ਗੱਲ ਹੁਣ ਇਹ ਕਰਤਾ ਕਿ ਜੇ ਕੋਈ ਵੀ ਕਿਸੇ ਤਰੀਕੇ ਦਾ ਪ੍ਰਦੂਸ਼ਣ ਫੈਲਾਉਂਦਾ ਹੈ ਸਮੇਤ ਪਰਾਲੀ ਨੂੰ ਅੱਗ ਲਾਉਣ ਦੇ, ਤਾਂ 1 ਕਰੋੜ ਰੁਪਈਏ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ 5 ਸਾਲ ਤੱਕ ਸਜ਼ਾ ਕੀਤੀ ਜਾ ਸਕਦੀ ਹੈ, ਜਾਂ ਦੋਨੋਂ ਵੀ ਮਿਲਾ ਕੇ ਕੀਤੇ ਜਾ ਸਕਦੇ ਨੇ। ਇਹ ਉਹਨਾਂ ਨੇ ਦੇਤਾ। ਅਤੇ ਦੂਜੀ ਗੱਲ ਉਹਦੇ 'ਚ ਇਹ ਕਰਤੀ ਕਿ ਹੁਣ ਜਿਹੜਾ ਉਹ ਕਮਿਸ਼ਨ ਬਣੂਗਾ, ਇੱਕ ਇਹ ਤੋਂ ਪਹਿਲਾਂ ਅਥਾਰਟੀ ਬਣੀ ਹੋਈ ਸੀ ਇਹ ਸਾਰਾ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਕੇਂਦਰੀ ਲੈਵਲ ਦੀ, ਉਹ ਕਮਿਸ਼ਨ ਬਣੇਗਾ 20 ਮੈਂਬਰੀ। ਕਮਿਸ਼ਨ ਦੇ ਵਿੱਚ ਜੁਆਇੰਟ ਸੈਕਟਰੀ ਲੈਵਲ ਦੇ ਅਧਿਕਾਰੀ ਉਹਨਾਂ ਦਾ ਇੰਚਾਰਜ ਹੋਏਗਾ ਕੇਂਦਰ ਸਰਕਾਰ ਤੋਂ, ਅਤੇ ਬਾਕੀ ਦੇ ਹੋਰ ਸੂਬਿਆਂ 'ਚੋਂ ਵੀ ਕੁਝ ਬੰਦੇ ਲਏ ਜਾਣਗੇ। ਉਹ ਕਮਿਸ਼ਨ ਡੋਮੀਨੇਟ ਕਰੇਗਾ। ਹੁਣ ਇਹਦਾ ਮਤਲਬ ਇਹ ਹੋ ਗਿਆ ਕਿ ਰਾਜਾਂ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਿਹੜੇ, ਉਹਨਾਂ ਦੀ ਬੁੱਕਤ ਖਤਮ ਹੈ। ਹੁਣ ਸਭ ਕੁਝ ਉਹ ਦੇਖੂਗਾ, ਸਾਰੀਆਂ ਚੀਜ਼ਾਂ, ਹਵਾ ਦਾ ਪ੍ਰਦੂਸ਼ਣ, ਜੋ ਵੀ ਚੀਜ਼ਾਂ ਨੂੰ ਪੈਂਦੀਆਂ ਨੇ। ਤਾਂ ਇੱਕ ਤਾਂ ਇਹ ਉਹੋ ਜਿਹੇ ਜਿਵੇਂ ਪਹਿਲੇ ਖੇਤੀ ਦੇ ਕਾਨੂੰਨ ਨੇ, ਬਿਜਲੀ ਕਾਨੂੰਨ ਹੈ, CAA ਹੈ, NIA ਹੈ, UAP ਹੈ, ਇਹਨੇ ਰਾਜਾਂ ਦੇ ਪ੍ਰਦੂਸ਼ਣ ਦੇ ਖੇਤਰ ਦੇ ਵਿੱਚ ਹੱਕਾਂ 'ਤੇ ਵੀ ਛਾਪਾ ਮਾਰ ਲਿਆ ਇਸ ਆਰਡੀਨੈਂਸ ਨੇ। ਦੂਜੀ ਗੱਲ ਇਹਨੇ ਇਹ ਕਰ ਲਈ ਹੈ ਕਿ ਪੰਜਾਬ ਸਮੇਤ ਸਾਰੇ ਸੂਬਿਆਂ ਦੇ ਵਿੱਚ 80% ਕਿਸਾਨ ਇਹੋ ਜਿਹੇ ਨੇ, ਜੇ ਟੋਟਲ ਜ਼ਮੀਨ ਵੀ ਵਿਕ ਜੇ ਤਾਂ ਵੀ 1 ਕਰੋੜ ਦੀ ਨਹੀਂ ਬਣਦੀ। ਤੁਸੀਂ ਜੁਰਮਾਨਾ ਕੋ ਦੇਖ ਕੇ ਕਰ ਦਿਓ। ਮਤਲਬ ਜੇ ਕਿਸੇ ਨੇ ਮਾੜੀ ਜੀ ਕਿਤੇ ਝਰੀਟ ਮਾਰੀ, ਉਹਨੂੰ ਫਾਂਸੀ ਦੀ ਸਜ਼ਾ ਥੋੜ੍ਹੀ ਦੇ ਦਿੰਦੇ ਹੋ। ਕੋਈ ਗੱਲ ਹੁੰਦੀ ਹੈ, ਹਰੇਕ ਸਜ਼ਾ ਦਾ ਇੱਕ ਉਹਦੇ ਪਿੱਛੇ ਕੋਈ ਦਲੀਲ ਹੁੰਦੀ ਹੈ, ਉਹਦੇ ਪਿੱਛੇ ਕੋਈ ਤੱਥ ਹੁੰਦੇ ਨੇ, ਅੰਕੜੇ ਹੁੰਦੇ ਨੇ ਕਿ ਇਹਦੀ ਇੰਨੀ ਸਜ਼ਾ ਕਿਉਂ ਰੱਖੀ ਜਾ ਸਕਦੀ ਹੈ। ਪੈਨਲਟੀ ਦਾ ਇੱਕ ਤਾਂ ਇਹ ਪਹਿਲੂ ਹੈ। ਦੂਜੀ ਗੱਲ ਇਹ ਹੈ ਕਿ 5 ਸਾਲ ਤੱਕ ਸਜ਼ਾ ਹੈ। 2 ਸਾਲ ਤੋਂ ਬਾਅਦ ਜ਼ਮਾਨਤ ਵੀ ਨਹੀਂ ਹੁੰਦੀ। ਜੇ ਵੱਧ ਸਜ਼ਾ ਹੋ ਜਾਂਦੀ ਹੈ ਨਾ, ਬੰਦਿਆਂ ਨੂੰ ਜੇਲ੍ਹ ਹੀ ਜਾਣਾ ਪੈਂਦਾ, ਅਤੇ ਉਸ ਲੈਵਲ ਦੀਆਂ ਗੱਲਾਂ ਨੇ। ਹੁਣ ਕੁਐਸਚਨ ਇਹ ਹੈ ਕਿ ਮੈਨੂੰ ਤਾਂ ਇਹ ਲੱਗਦਾ ਕਿ ਇਹਨੇ ਲਾਗੂ ਤਾਂ ਇਸ ਰੂਪ 'ਚ ਨਹੀਂ ਹੋਣਾ ਬਹੁਤਾ। ਕਿਉਂਕਿ ਬਹੁਤੇ ਕਾਨੂੰਨ, ਹੁਣ ਫਾਂਸੀ ਦੇ ਕਾਨੂੰਨ ਤੁਸੀਂ ਕਹਿੰਦੇ ਜੀ, ਰੇਪ ਕੇਸ 'ਚ ਫਾਂਸੀ ਦਿਓ, ਬਾਕੀ ਦੇ ਦਿਓ। ਰੇਪ ਹੋ ਰਹੇ ਨੇ ਉਸੇ ਲੈਵਲ 'ਤੇ। ਕਿੰਨੀਆਂ ਕੁੜੀਆਂ ਦੇ ਮਾਮਲੇ ਸਾਡੇ ਸਾਹਮਣੇ, ਯੂਪੀ ਵਾਲਾ ਮਾਮਲਾ ਹੈ, ਪੰਜਾਬ 'ਚ ਵੀ ਇਹ ਮਾਮਲਾ ਆਇਆ, ਹਰਿਆਣੇ 'ਚ ਵੀ ਮਾਮਲਾ ਆਇਆ, ਆ ਰਹੇ ਨੇ ਮਾਮਲੇ। ਕੀ ਸਜ਼ਾ, ਮੋਟੀਆਂ ਸਜ਼ਾਵਾਂ ਆਪਣੇ ਆਪ 'ਚ ਕਾਫੀ ਨੇ ਕਿਸੇ ਗੱਲ ਨੂੰ, ਕਿਸੇ ਕ੍ਰਾਈਮ ਨੂੰ, ਜਾਂ ਕਿਸੇ ਗੱਲ ਨੂੰ ਰੋਕਣ ਦੇ ਵਾਸਤੇ? ਮੈਂ ਇਹ 'ਚ ਟੋਕੂੰਗਾ ਵੀ ਇਹ ਜਿਹੜੀ ਸਜ਼ਾ ਦੀ ਵਿਵਸਥਾ ਕੀਤੀ ਹੈ NCR ਰਾਜਧਾਨੀ ਦੇ ਵਿੱਚ, ਪਰਾਲੀ ਦੇ ਧੂੰਏਂ ਦਾ ਰੌਲਾ ਪੈਂਦਾ ਵੀ ਇਹਨਾਂ ਕਰਕੇ ਧੂੰਆਂ ਹੋ ਗਿਆ, ਵੀ ਇਸ ਕਰਕੇ। ਤੇ ਕੀ ਇਹ 'ਚ ਇੰਡਸਟਰੀਲਿਸਟ ਵੀ ਆਉਣਗੇ ਸ਼ਾਮਲ? ਕਿਉਂਕਿ ਮੇਨ ਤਾਂ ਅਦਾਲਤੋਂ ਇਹ ਲੱਗਦਾ ਪਰਾਲੀ ਸਾੜੀ ਜਾ ਰਹੀ ਹੈ ਅਤੇ ਇਸ ਕਰਕੇ ਧੂੰਆਂ ਹੋ ਰਿਹਾ। ਇਹ ਤਾਂ ਇਹ ਹੋ ਗਿਆ ਵੀ ਹਾਂ ਹਮ ਆਪ ਹੀ ਵਰਤੇ हैं तो हो जाते हैं 1 ਮਹੀਨੇ 1.5 ਮਹੀਨੇ 'ਚ, ਅਤੇ ਸਾਰੀ ਸਾਲ ਇੰਡਸਟਰੀ ਚੱਲਦੀ ਹੈ ਉਹਦੇ 'ਤੇ ਕੋਈ। ਬਿਲਕੁਲ। ਇਹਦੇ 'ਤੇ ਅਦਾਲਤ ਨੇ ਅਜੇ ਇਹ ਕਿਹਾ ਕਿ ਤੁਹਾਡੇ ਆਰਡੀਨੈਂਸ 'ਤੇ ਸੁਣਵਾਈ ਕਰਾਂਗੇ, ਕਿਉਂਕਿ ਸਾਨੂੰ ਕਹਿੰਦੇ ਨੇ ਹੋਰ ਚੈਨਲਾਂ ਤੋਂ ਇਹ ਵੀ ਪਤਾ ਲੱਗਿਆ ਕਿ ਪਰਾਲੀ ਦਾ ਧੂੰਏਂ ਦਾ ਮਾਤਰਾ ਘੱਟ ਹੈ। ਐਤਕੀ ਪਹਿਲੀ ਵਾਰ ਅਦਾਲਤ ਨੇ ਇਹ ਕਿਹਾ ਕਿ ਅਸੀਂ ਉਹ ਸੁਣਵਾਈ ਕਰਕੇ ਦੂਜਿਆਂ ਤੋਂ ਵੀ ਫਿਰ ਤੁਹਾਡੇ ਆਰਡੀਨੈਂਸ ਬਾਰੇ ਕੋਈ
ਇੰਡਸਟਰੀ ਦਾ ਸਭ ਤੋਂ ਜ਼ਿਆਦਾ ਜਿਹੜੀ ਟਰਾਂਸਪੋਰਟੇਸ਼ਨ ਹੈ, ਜਿਸ ਲੈਵਲ ਦੀ ਟਰਾਂਸਪੋਰਟ ਦਾ, ਫਿਰ ਕੰਸਟਰਕਸ਼ਨ ਵਰਕ ਦਾ ਪਾਉਂਦੇ ਨੇ, ਉਹਦਾ ਨਾਲ ਜਿਹੜਾ ਗਰਦਾ ਪੈਦਾ ਹੁੰਦਾ ਉਹਦਾ, ਇਹ ਸਾਰੀਆਂ ਚੀਜ਼ਾਂ ਮਿਲਾ ਕੇ 92%। ਉਹਦਾ ਕਦੇ ਰੌਲਾ ਨਹੀਂ ਇੰਨਾ ਪੈਂਦਾ ਕਿ ਉਹ ਕਿਉਂ ਹੋ ਰਹੀਆਂ ਨੇ, ਜੇ ਕੀ ਹੋ ਰਿਹਾ ਉਸ ਲੈਵਲ ਤੇ। ਰੌਲਾ ਕੇਵਲ ਪਰਾਲੀ ਦਾ ਪੈਂਦਾ। ਹੁਣ ਇੱਕ ਫਿਗਰ ਦਿੱਤੀ ਆ ਉਹਨਾਂ ਨੇ ਕਿ ਪਰਾਲੀ ਨਾਲ ਹੁਣ ਇਹ ਹੋਇਆ ਜੀ ਕਿ 36% ਹਿੱਸਾ ਪਰਾਲੀ ਦਾ ਆ ਗਿਆ ਐਤਕੀ, ਜਿਹੜਾ ਹੁਣ ਦਾ ਉੱਥੇ NCR ਤੇ ਰਿਪੋਰਟ ਵੀ ਆਪਣੀ ਆਪਣੀ। ਇਹ ਵੀ ਨਹੀਂ ਪਤਾ ਹੁਣ ਜਿਹੜੀਆਂ ਏਜੰਸੀਆਂ ਨੇ, ਉਹੀ ਪ੍ਰੋਫੈਸ਼ਨਲ ਏਜੰਸੀਆਂ ਨੇ, ਇੱਕ ਹੋਰ ਦੇ ਦਿੰਦੀ ਆ, ਦੂਜੀ ਹੋਰ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੇਂਦਰੀ ਮੰਤਰੀ ਨੇ, ਵਾਤਾਵਰਨ ਮੰਤਰੀ ਨੇ ਜਾਵੜੇਕਰ, ਉਹਨੇ ਇਹ ਕਿਹਾ ਸੀ ਕਿ 4% ਪਰਾਲੀ ਦੇ, ਬਾਕੀ ਦਾ ਜਿਹੜਾ ਹੋਰ ਹੈ NCR ਦਾ। ਔਰ ਈਵਨ ਤਿਉਹਾਰਾਂ ਦਾ ਵੀ ਹੁੰਦਾ। ਲੋਕ ਇਹ ਵੀ ਕਹਿੰਦੇ ਜਦੋਂ ਦੀਵਾਲੀ ਹੁੰਦੀ ਆ, ਬਾਕੀ ਤਿਉਹਾਰ ਨੇ, ਪਟਾਕੇ ਵੱਜਦੇ ਨੇ, ਹੋਰ ਚੀਜ਼ ਨੇ, ਉਹਨਾਂ 'ਤੇ ਸਜ਼ਾ ਵਧਾ ਕੇ, ਜੁਰਮਾਨੇ ਵਧਾ ਕੇ ਕੰਟਰੋਲ ਹੋ ਜਾਂਦੀ ਹੁੰਦੀ ਆ ਉਹਦਾ ਇਲਾਜ ਕਰਨ ਦੀ ਥਾਂ। ਉਵੇਂ ਕੰਟਰੋਲ ਨਹੀਂ ਹੁੰਦੀ, ਕਿਉਂਕਿ ਜਿਹੜਾ ਤਰੀਕਾ, ਜਿਹੜਾ ਬਿਮਾਰੀ ਦੀ ਜੜ ਤੱਕ ਤੁਸੀਂ ਜਾਣ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਹੋਰ ਟਾਈਪ ਦਾ ਇੱਕ ਤਰੀਕਾਕਾਰ ਅਪਣਾ ਲੈਂਦੇ ਹੋ। ਔਰ ਇਸ ਪਾਸੇ ਵੱਲ ਜਿਹੜਾ ਚੱਲਣ ਦਾ ਸਵਾਲ ਹੈ, ਇਹ ਕਰਪਸ਼ਨ ਨੂੰ ਵਧਾ ਦਿੰਦੀਆਂ ਨੇ ਚੀਜ਼ਾਂ। ਸਗੋਂ ਉਸ ਗੱਲ ਨੂੰ ਜਨਮ ਦੇ ਦਿੰਦੇ ਹੋ ਨਵਾਂ, ਜਿਹੜੇ ਬੰਦੇ ਤੁਹਾਡੇ ਸਰਕਾਰੀ, ਜਿਸ ਲੈਵਲ ਦੀ ਕਰਪਸ਼ਨ ਸਾਡੇ ਤੰਤਰ ਦੇ ਵਿੱਚ ਹੈ। ਔਰ ਜਿਵੇਂ ਇਹ ਆਮ ਗੱਲ ਹੈ, ਕਿਸੇ ਨੂੰ ਪੁੱਛਿਆ ਇੱਕ ਵਾਰ ਜਦੋਂ ਵਿਜੀਲੈਂਸ ਸੈਟਅਪ ਹੋਈ ਆ ਉਸ ਪੱਧਰ ਦੇ ਉੱਤੇ, ਤਾਂ ਉਹਨਾਂ ਨੂੰ ਕਿਹਾ ਕਿ ਵਿਜੀਲੈਂਸ ਨਾਲ ਕਰਪਸ਼ਨ ਕਿੰਨੀ ਘਟੂਗੀ। ਉਹ ਕਹਿੰਦਾ ਕਰਪਸ਼ਨ ਕੀ ਘਟਣੀ ਹੈ, ਇੱਕ ਹਿੱਸਾ ਹੋਰ ਪੈਦਾ ਹੋ ਗਿਆ ਨਾਲ ਵਿੱਚ ਵੀ। ਪਹਿਲਾਂ ਜੇ 3 ਨੂੰ ਦਿੰਦੇ ਸੀ, ਹੁਣ ਚੌਥਾ ਇੱਕ ਨਾਲ ਕੱਢਣਾ ਪੈਂਦਾ, ਉਹ ਤਾਂ ਵੱਧ ਗਈ ਹੈ। ਇਸੇ ਤਰ੍ਹਾਂ ਇਹਨਾਂ ਫੈਸਲਿਆਂ ਨਾਲ ਦੇ ਵੀ ਤੁਸੀਂ ਉਹ ਬੰਦੇ ਦੀ, ਪੀੜਤ ਦੀ ਸੰਘੀ ਘੁੱਟਣ ਵਾਲਾ ਇੱਕ ਤਰੀਕਾ ਕਰਤਾ ਤੇ ਕਰਪਸ਼ਨ ਲਈ ਰਾਹ ਪੱਧਰਾ ਕਰਤਾ। ਇਹਦਾ ਆਰਡੀਨੈਂਸ ਦਾ ਕੀ ਅਸਰ ਪਊਗਾ? ਕੀ ਇਹ ਬੰਦ ਹੋ ਜੂਗੀ ਪਰਾਲੀ ਸਾੜਨੀ? ਬਿਲਕੁਲ। ਮੈਂ ਇੱਕ ਇਹ ਕਿਹਾ ਕਿ ਇੱਕ ਤਾਂ ਇਹ ਆਰਡੀਨੈਂਸ ਦਾ ਇਹ ਅਸਰ ਸਿੱਧਾ ਪਊਗਾ ਕਿ ਸਿਸਟਮ 'ਚ ਕਰਪਸ਼ਨ ਪਹਿਲਾਂ ਹੀ ਜ਼ਿਆਦਾ, ਕਰਪਸ਼ਨ ਵੱਧ ਜੂਗੀ। ਦੂਜੀ ਗੱਲ, ਉਹਦੀ ਇੱਕ ਦਿੱਕਤ ਹੈ, ਉਹ ਕਹਿੰਦਾ ਮੇਰੀ ਵੀ ਸੁਣੋ। ਮਤਲਬ ਜਦੋਂ ਆਪਾਂ ਕੋਈ ਗੱਲ ਕਰਦੇ ਹਾਂ ਆਰਡੀਨੈਂਸ ਲਿਆਉਣ ਤੋਂ ਪਹਿਲਾਂ, ਤੁਸੀਂ ਸਟੇਟ ਗੌਰਮੈਂਟਾਂ ਨਾਲ ਸਲਾਹ ਕੀਤੀ ਕਿ ਅਸੀਂ ਆਹ ਲਿਆ ਰਹੇ ਹਾਂ, ਤੁਸੀਂ ਜਿਹਦੇ ਤੇ ਲਾਗੂ ਕਰਨਾ ਕਿਸਾਨੀ ਨਾਲ ਸਲਾਹ ਕੀਤੀ ਕਿ ਅਸੀਂ ਇਹ ਲਿਆ ਰਹੇ ਹਾਂ। ਜਿਵੇਂ ਖੇਤੀ ਆਰਡੀਨੈਂਸਾਂ ਬਾਰੇ ਨਾ ਸੂਬਿਆਂ ਨੂੰ ਪੁੱਛਿਆ ਨਾ ਕਿਸਾਨਾਂ ਨੂੰ, ਇਹਦੇ 'ਚ ਵੀ ਕਿਸੇ ਨੂੰ ਨਹੀਂ ਪੁੱਛਿਆ ਗਿਆ। ਇੱਕ ਤਾਂ ਇਹ ਗੈਰ ਜਮਹੂਰੀ ਤੇ ਗੈਰ ਸੰਵਿਧਾਨਕ ਤਰੀਕਾ ਹੈ। ਆਫਟਰ ਆਲ ਤੁਸੀਂ ਰਾਏ ਬਣਾਉਂਦੇ ਹੋ, ਬੈਠ ਕੇ ਰਾਏ ਬਣਾ ਕੇ ਕੋਈ ਇਹੋ ਜਿਹਾ ਹੱਲ ਕੱਢਦੇ ਹੋ ਜਿਹਦੇ ਨਾਲ ਗੱਲ ਹੋ ਜੇ। ਕਿਸਾਨ ਇਹ ਕਹਿੰਦਾ ਸ਼ੁਰੂ ਤੋਂ ਲੈ ਕੇ ਕਿ ਜਾਂ 5000 ਰੁਪਏ ਏਕੜ ਦੇ ਦਿਓ ਤੇ ਜਾਂ 200 ਰੁਪਏ ਕੁਇੰਟਲ ਬੋਨਸ ਦੇ ਦਿਓ, ਤੇ ਜਿਹਦੇ ਨਾਲ ਮੇਰੀ ਜ਼ਿੰਮੇਵਾਰੀ ਹੈ, ਮੈਂ ਆਪਣੀ ਪਰਾਲੀ, ਕਿਉਂਕਿ ਮੇਰਾ ਡੀਜ਼ਲ ਜ਼ਿਆਦਾ ਫੁਕਦਾ ਉਹਦੇ 'ਚ, ਮੇਰੇ ਲਈ ਇਹ ਪ੍ਰੋਬਲਮ ਜ਼ਿਆਦਾ ਆ ਰਹੀ ਹੈ। ਉਧਰ ਤੁਸੀਂ ਧਿਆਨ ਹੀ ਨਹੀਂ ਦੇ ਰਹੇ। ਉਧਰ ਧਿਆਨ ਨਹੀਂ ਦੇ ਰਹੇ ਤਾਂ ਫਿਰ ਕੱਲੀ ਸਜ਼ਾ ਤੁਹਾਡੀ। ਲੜਾਈਆਂ ਹੋਣਗੀਆਂ ਇੱਥੇ, ਜਿਵੇਂ ਅੱਜ ਕੱਲ੍ਹ ਐਜੀਟੇਸ਼ਨ ਚੱਲ ਰਹੀ ਹੈ। ਕਿਸਾਨ ਤਾਂ ਕਹਿੰਦਾ ਮੈਂ ਲੜ ਰਿਹਾ ਪਹਿਲਾਂ ਵੀ, ਤੇ ਇੱਕ ਹੋਰ ਕਾਨੂੰਨ ਖਿਲਾਫ ਲੜ ਪਊਂਗਾ, ਹੋਰ ਕੀ ਕਰਾਂਗੇ। ਤੁਸੀਂ ਐਡੇ ਵੱਡੇ ਪੱਧਰ ਤੇ ਲੱਖਾਂ ਬੰਦਿਆਂ ਨੂੰ ਜੇਲ੍ਹ 'ਚ ਥੋੜ੍ਹੀ ਭੇਜ ਸਕਦੇ ਹੋ, ਲੱਖਾਂ ਬੰਦੇ ਤੋਂ ਕਰੋੜਾਂ ਜੁਰਮਾਨੇ ਥੋੜ੍ਹੀ ਉਗਰਾ ਸਕਦੇ ਹੋ ਉਸ ਪੱਧਰ ਤੇ। ਕਿਸਾਨ ਤੇ ਮਜ਼ਦੂਰ ਕਰਜ਼ੇ ਦੇ ਪਹਿਲਾਂ ਹੀ ਖੁਦਕਸ਼ੀ ਕਰ ਰਿਹਾ ਜਿਹੜੇ ਸੂਬਿਆਂ ਦੇ ਵਿੱਚ, ਉਹਦੇ ਤੇ ਮੋਟਾ ਜੁਰਮਾਨਾ ਲਾਉਣ ਦੀ ਲਿਆਕਤ ਕੌਣ ਦਿੰਦਾ ਕਿਸੇ ਨੂੰ? ਇਹ ਸਮਝ ਨਹੀਂ ਆ ਰਹੀ ਗੱਲ। ਤੁਸੀਂ ਕਿਹੜੇ ਪਾਸੇ ਵੱਲ ਚੱਲੇ ਹੋਏ ਹੋ? ਇਹਨੇ ਇਲਾਜ ਨਹੀਂ ਕਰਨਾ। ਇਹ ਡਰ ਤੇ ਸਹਿਮ ਤੇ ਆਧਾਰਿਤ ਚੀਜ਼ ਹੈ। ਡਰ ਤੇ ਸਹਿਮ ਜਿਹੜਾ ਹੈ, ਇਕੱਲਾ ਲੋਕਾਂ ਨੂੰ ਕੁਝ ਹੱਦ ਤੱਕ ਦਬਾ ਤਾਂ ਸਕਦਾ, ਪਰ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦਾ। ਪੰਜਾਬ ਸਰਕਾਰ ਨੇ ਕਿਹਾ ਸੀ ਪਰਾਲੀ ਨੂੰ ਜ਼ਬਤ ਕਰਨ ਲਈ ਅਸੀਂ ਮਸ਼ੀਨਾਂ ਦੇਵਾਂਗੇ, 2.5 ਏਕੜ ਤੋਂ ਘੱਟ ਵਾਲਿਆਂ ਦਾ ਅਸੀਂ ਸਾਰਾ ਕਰਾਂਗੇ। ਇਹਦੇ ਤੇ ਕੀ ਕੀਤਾ ਸਰਕਾਰ ਨੇ? ਹਾਂ ਬਿਲਕੁਲ। ਔਰ ਪਹਿਲਾਂ NGT 'ਚ ਜਦੋਂ ਗਿਆ, ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਮਾਮਲਾ, ਉਹਨੇ ਇਹ ਇੱਕ ਆਰਡਰ ਕੀਤਾ ਹੋਇਆ ਹੈ। ਉਹਨੇ ਆਰਡਰ ਇਹ ਕੀਤਾ ਸੀਗਾ ਕਿ ਤੁਸੀਂ ਜਿਹੜਾ 2.5 ਏਕੜ ਤੱਕ ਵਾਲਾ ਜ਼ਮੀਨ ਵਾਲਾ ਉਹਨੂੰ ਬਿਲਕੁਲ ਮੁਫਤ ਦਿਓਗੇ, ਜਿਹੜਾ 5 ਏਕੜ ਤੱਕ ਹੈ ਉਹਨੂੰ 5000 'ਚ ਦਿਓਗੇ, ਤੇ ਜਿਹੜਾ ਉਦੋਂ ਉੱਪਰ ਵਾਲਾ ਉਹਨੂੰ 15000 'ਚ ਦਿਓਗੇ ਮਸ਼ੀਨ, ਜਿਹੜੀ ਇਹਦਾ ਵਿਉਂਤਬੰਦੀ ਕਰਦੀ ਹੈ, ਕਿਉਂਟ ਦੀ ਹੈ। ਤਾਂ ਪੰਜਾਬ ਸਰਕਾਰ ਨੇ ਹੁਣ ਸੁਪਰੀਮ ਕੋਰਟ 'ਚ ਹਲਫਨਾਮਾ ਦਿੱਤਾ ਹੈ। ਉਹਨੇ ਕਿਹਾ ਸੀ ਅਸੀਂ ਮਸ਼ੀਨਾਂ ਤਿਆਰ ਕਰਤੀਆਂ 2.5 ਏਕੜ ਵਾਲਿਆਂ ਲਈ ਪੂਰੀ ਤਰ੍ਹਾਂ, ਪਰ ਉਹਦੀ ਨਿੱਟੀ ਗਰੀਟੀ ਕੁਝ ਨਹੀਂ ਦੇਖੀ, ਉਹਦਾ ਫਰਕ ਕੀ ਪਏਗਾ। ਹੁਣ ਉਹ ਜਿਹੜੀਆਂ ਮਸ਼ੀਨਾਂ ਜਿੰਨੀਆਂ ਇਹ ਦੇ ਰਹੇ ਨੇ, ਉਹ ਮਸ਼ੀਨਾਂ ਲਈ ਘੱਟੋ ਘੱਟ 55 ਤੋਂ 60 ਹਾਰਸ ਪਾਵਰ ਦਾ ਟਰੈਕਟਰ ਚਾਹੀਦਾ ਹੈ। 55 ਤੋਂ 60 ਹਾਰਸ ਪਾਵਰ ਦਾ ਟਰੈਕਟਰ ਛੋਟੇ ਕਿਸਾਨਾਂ ਕੋਲ ਨਹੀਂ ਹੈ, ਉਹ ਵੱਡੇ ਕਿਸਾਨਾਂ ਕੋਲ ਹੈ। ਇੱਕ ਮੈਂ ਰੋਕ ਰਿਹਾ, ਇੱਕ ਅੱਜ ਸੈਂਟਰ ਨੇ, ਫਾਈਨੈਂਸ ਮਿਨਿਸਟਰੀ ਨੇ ਸਪਸ਼ਟ ਕੀਤਾ ਵੀ ਜਿਹੜਾ ਵਿਆਜ ਤੇ ਵਿਆਜ ਦਾ ਅਸੀਂ ਰਾਹਤ ਦਿੱਤੀ ਹੈ ਲੋਕਾਂ ਨੂੰ, ਉਹ 'ਚ ਖੇਤੀਬਾੜੀ ਤੇ ਟਰੈਕਟਰ ਤੇ ਕਰਜ਼ੇ ਸ਼ਾਮਲ ਨਹੀਂ ਹੈਗੇ। ਉਹੀ ਸਵਾਲ ਹੈ ਨਾ, ਤੁਸੀਂ ਉਹ ਧਿਰ ਨੂੰ ਤਾਂ ਇਹ ਜਿਹੜਾ ਦੇ ਰਹੇ ਹੋ ਰਾਹਤ, ਇਹ ਹੋਰ ਮੱਧ ਵਰਗ ਨੂੰ ਦੇ ਰਹੇ ਹੋ ਜਾਂ ਕਿਸੇ ਹੋਰ ਤਰੀਕੇ ਦੇ ਬੰਦਿਆਂ ਨੂੰ ਦੇ ਰਹੇ ਹੋ, ਉਹਨਾਂ ਨੂੰ ਨਹੀਂ ਦੇ ਰਹੇ। ਔਰ ਦੂਜੀ ਗੱਲ ਇਹ ਵੀ ਹੈ ਕਿ ਜਿਹੜਾ ਉਹ ਗੱਲ ਆਪਾਂ ਕਰ ਰਹੇ ਸੀ ਕਿ ਉਹਦੇ ਕੋਲ 55 ਤੋਂ 60 ਹਾਰਸ ਪਾਵਰ ਦਾ ਟਰੈਕਟਰ ਨਹੀਂ ਹੈ, ਉਹ ਫਿਰ ਟਰੈਕਟਰ ਕਿਹਦਾ ਮੰਗੂਗਾ? ਤੇ ਮਸ਼ੀਨ ਪਈ ਹੈ ਉੱਥੇ, ਤੇ ਉਹਨੂੰ ਮੌਕੇ ਤੇ, ਪਹਿਲੀ ਗੱਲ ਤਾਂ ਮੌਕੇ ਤੇ ਨਹੀਂ ਮਿਲਣਾ। ਵੱਡਾ ਕਿਸਾਨ ਤਾਂ ਇਹ ਕਹਿੰਦਾ ਕਿ ਪਹਿਲਾਂ ਮੈਂ ਆਪਣੀ ਸਾਂਭੂਗਾ, ਫਿਰ ਤੇਰੀ ਵਾਰੀ ਆਊਗੀ।
ਫਿਰ ਉਹ ਕਹਿੰਦਾ ਵੀ ਜਿੰਨਾ ਡੀਜ਼ਲ ਫੂਕਣਾ ਉਸ ਟਰੈਕਟਰ ਦੇ ਵਿੱਚ ਮੈਂ ਤਾਂ ਇੰਨੇ ਪੈਸੇ ਲਵਾਂਗਾ। ਆਲਮੋਸਟ 1200 ਰੁਪਈਆ ਉਹਦਾ ਲੱਗੂਗਾ ਘੱਟੋ ਘੱਟ ਟਰੈਕਟਰ ਦੇ ਇਕੱਲੇ ਉਹਦੇ ਤੇ। ਔਰ ਉਹ ਸਾਰੇ ਜਿਹੜੇ ਪੈਮਾਨੇ ਨੇ, ਤੁਸੀਂ ਉਹਨੂੰ ਮੁਫਤ ਕੁਝ ਨਹੀਂ ਦੇ ਰਹੇ, ਤੁਸੀਂ ਉਹਨੂੰ ਬਲਕਿ ਇੱਕ ਚੀਜ਼ ਦਿਖਾਤੀ ਆ ਕਾਗਜ਼ਾਂ ਦੇ ਵਿੱਚ। ਪ੍ਰੈਕਟਿਸ ਦੇ ਵਿੱਚ ਉਹ ਪਛੜ ਜੂਗਾ, ਉਹਦੀ ਕਣਕ ਲੇਟ ਹੋ ਜਾਏਗੀ ਜਦ ਤੱਕ ਉਹਨੂੰ ਮਸ਼ੀਨਰੀ ਮਿਲਣੀ ਆ। ਬਾਕੀ ਜਾਂ ਤਾਂ ਉਹਦਾ ਬੰਦੋਬਸਤ ਵੀ ਨਾਲ ਕਰ ਦੇ ਕਿ ਤੇਰੀ ਵੱਢ ਕੇ ਦੇ ਦਾਂਗੇ ਅਸੀਂ, ਖਰਚੇ ਵੱਢੂਗੀ ਮਸ਼ੀਨ ਦੇ ਨਾਲ, ਟਰੈਕਟਰ ਵੀ ਦਿਓ। ਫਿਰ ਟਰੈਕਟਰ ਵੀ ਗੌਰਮੈਂਟ ਦੀ ਜ਼ਿੰਮੇਵਾਰੀ ਹੋਵੇ ਤਾਂ ਫ੍ਰੀ ਦੀ ਗੱਲ ਹੁੰਦੀ ਹੈ। ਔਰ ਇਹ ਉਹੋ ਜਿਹੀ ਹਾਲ ਹੈ ਜਿਵੇਂ ਕਾਲਜਾਂ 'ਚ ਕਹਿ ਰਹੇ ਨੇ ਨਾ ਕਿ ਤੁਹਾਡੀ ਟਿਊਸ਼ਨ ਫੀਸ ਮਾਫ ਹੈ। ਟਿਊਸ਼ਨ ਫੀਸ ਤਾਂ ਸਾਰੀ 500 ਰੁਪਏ ਹੁੰਦੀ ਹੈ, ਤੂੰ ਕਹਿੰਦਾ ਪੀਟੀਏ 2500 ਰੁਪਇਆ ਕੱਢ ਜਾਂ 5000 ਰੁਪਇਆ ਤੈਨੂੰ ਦੇਤਾ। ਉਹ ਵਿਦਿਆਰਥੀ ਵਿਚਾਰਾ ਦੇਖਦਾ ਵੀ ਮੇਰੀ ਤਾਂ ਫੀਸ ਮਾਫ ਹੈ ਤੇ ਮੈਂ ਕਿੱਥੋਂ ਦਿਆਂ। ਉਹ ਕਹਿੰਦੇ ਭਾਈ ਤੇਰੇ ਟੀਚਰਾਂ ਨੂੰ ਤਨਖਾਹ ਦੇਣੀ ਹੈ, ਰੈਗੂਲਰ ਟੀਚਰ ਘੱਟ ਨੇ, ਜਿਹੜੇ ਗੈਸਟ ਫੈਕਲਟੀ ਦੇ ਨੇ 21600 ਰੁਪਈਆ ਉਹ ਤੇਰੇ ਤੋਂ ਦੇਣੇ ਨੇ। ਉਹ ਹਾਲ ਕਿਸਾਨਾਂ ਨਾਲ ਕੀਤਾ ਜਾ ਰਿਹਾ। ਬਿਨਾਂ ਸ਼ੱਕ ਕਿਸਾਨ ਵੀ ਇਹ ਚਾਹੁੰਦਾ ਹੈ। ਦਿੱਲੀ ਨਾਲੋਂ ਵੀ ਪ੍ਰਦੂਸ਼ਣ ਜ਼ਿਆਦਾ ਨੁਕਸਾਨ ਪੰਜਾਬੀਆਂ ਦਾ ਕਰ ਰਿਹਾ। ਪਹਿਲਾਂ ਜਿੱਥੇ ਪੈਦਾ ਹੁੰਦਾ ਉੱਥੇ ਜ਼ਿਆਦਾ ਹੋਊਗਾ ਨਾ, ਇਹ 'ਚ ਤਾਂ ਕੋਈ ਸ਼ੱਕ ਨਹੀਂ ਹੈ। ਹਰ ਬੰਦਾ ਪੰਜਾਬ ਦਾ ਚਾਹੁੰਦਾ ਕਿ ਕਿਸਾਨਾਂ ਦੇ ਸਮੇਤ ਕਿ ਪ੍ਰਦੂਸ਼ਣ ਦਾ ਕੋਈ ਇੰਤਜ਼ਾਮ ਹੋਣਾ ਚਾਹੀਦਾ ਹੈ। ਪਰ ਉਹਦਾ ਇੱਕ ਪ੍ਰੋਪਰ ਤਰੀਕਾ ਤਾਂ ਹੋਵੇ ਉਹਦਾ ਇੰਤਜ਼ਾਮ ਕਰਨ ਦੇ ਲਈ। ਜਿਹੜਾ ਕਹਿੰਦਾ, ਜੇ ਉਹ ਕਹਿੰਦਾ ਮੈਂ 100 ਰੁਪਏ ਕੁਇੰਟਲ 150 ਮੈਨੂੰ ਦੇ ਦਿਓ ਮੈਂ ਆਪੇ ਹੀ ਕਰ ਲੂੰਗਾ, ਇਹ ਸੌਖਾ ਰਸਤਾ ਕਿਉਂ ਨਹੀਂ ਫੜਿਆ ਜਾਂਦਾ? ਮੈਨੂੰ ਇਹ ਸਮਝ ਨਹੀਂ ਆ ਰਹੀ। ਤੁਸੀਂ ਮਸ਼ੀਨਾਂ 'ਤੇ ਸਬਸਿਡੀ ਦਿੰਦੇ ਹੋ, ਮਸ਼ੀਨਾਂ ਫਿਰ ਇੰਡਸਟਰੀਅਲਿਸਟ ਕੋਲ ਚਲਾ ਜਾਂਦਾ ਉਹ ਸਾਰੇ ਦਾ ਸਾਰਾ ਪੈਸਾ। ਔਰ ਜੇ ਉਹ 10 ਲੱਖ ਦੀ ਮਸ਼ੀਨ ਹੈ, ਤੁਸੀਂ ਸਬਸਿਡੀ ਦੇਤੀ, ਉਹਨੇ ਰੇਟ ਹੀ 15 ਲੱਖ ਰੁਪਈਆ ਕਰਤਾ, ਕਿਸਾਨ ਨੂੰ ਤਾਂ ਉਹਦਾ ਵੀ ਕੋਈ ਫਾਇਦਾ ਨਹੀਂ ਹੋ ਰਿਹਾ। ਤੁਸੀਂ ਡਾਇਰੈਕਟ ਉਹਨੂੰ ਕਿਉਂ ਨਹੀਂ ਦੇ ਦਿੰਦੇ ਕਿ ਤੈਨੂੰ ਅਸੀਂ ਦੇਤੀ, ਤੇਰੀ ਜ਼ਿੰਮੇਵਾਰੀ ਹੈ, ਜੇ ਇਸ ਤੋਂ ਬਾਅਦ ਵੀ ਤੂੰ ਫੂਕੀ ਤਾਂ ਤੇਰੇ ਖਿਲਾਫ ਕਾਰਵਾਈ ਹੋਏਗੀ। ਫਿਰ ਜਸਟੀਫਾਈ ਹੋ ਸਕਦੀ ਹੈ ਗੱਲ। ਆਮ ਤੌਰ 'ਤੇ ਜਿਹੜਾ ਪ੍ਰਦੂਸ਼ਣ ਦਾ ਰੌਲਾ ਉਦੋਂ ਪੈਂਦਾ ਜਦੋਂ ਅਕਤੂਬਰ ਨਵੰਬਰ 'ਚ ਪਰਾਲੀ ਸਾੜੀ ਜਾਂਦੀ ਹੈ। ਕੀ ਬਾਕੀ ਸਾਲ ਪ੍ਰਦੂਸ਼ਣ ਨਹੀਂ ਹੁੰਦਾ? ਜਿਵੇਂ ਖੋਆ ਤਾਂ ਸਾਰੇ ਸਾਲ ਇਹ ਨਕਲੀ ਵਿਕਦਾ, ਦੀਵਾਲੀ ਦੇ ਨੇੜੇ ਛਾਪੇ ਸ਼ੁਰੂ ਹੋ ਜਾਂਦੇ ਨੇ, ਬਾਕੀ ਸਾਰਾ ਸਾਲ ਲੋਕ ਨਕਲੀ ਉਹ ਖਾਈ ਜਾਂਦੇ ਨੇ। ਨਹੀਂ, ਬਿਲਕੁਲ ਮੈਨੂੰ ਤਾਂ ਲੱਗਦਾ ਉਹ ਦੀਵਾਲੀ ਨੇੜੇ ਵੀ ਪੈਸੇ ਬਣਾਉਣ ਦਾ ਸਿਸਟਮ ਹੁੰਦਾ। ਹਰ ਡਿਪਾਰਟਮੈਂਟ ਦਾ ਕਰਿੰਦਾ ਚੱਲਿਆ ਜਾਂਦਾ ਦੁਕਾਨਾਂ 'ਤੇ, ਉਹ ਕਹਿੰਦੇ ਨੇ ਚਲੋ ਜੀ ਪੈਸੇ ਲੈ ਲਓ। ਔਰ ਇਸੇ ਤਰ੍ਹਾਂ ਪ੍ਰਦੂਸ਼ਣ ਜਿਹੜਾ ਹੈ ਉਹ ਕੇਵਲ ਇੱਕ ਦਿਨ ਜਾਂ ਇੱਕ ਮਹੀਨੇ ਦਾ ਨਹੀਂ, ਮਾਤਰਾ 'ਚ ਫਰਕ ਪੈ ਸਕਦਾ ਹੈ। ਪ੍ਰਦੂਸ਼ਣ ਦਾ ਮੁੱਦਾ ਤਾਂ ਸਾਡੇ ਓਵਰਆਲ ਡਿਵੈਲਪਮੈਂਟ ਦੇ ਮਾਡਲ 'ਚ ਪਿਆ ਹੋਇਆ ਹੈ ਤੇ ਇਹ ਮਾਡਲ ਹੀ ਇਸ ਲੈਵਲ ਦਾ ਹੈ ਜਿਹੜਾ ਵੱਡੇ ਤੋਂ ਜਿਹੜਾ ਘਰਾਂ ਦਾ ਡਿਜ਼ਾਈਨ ਦੇਖ ਲਓ, ਉਹ ਏਸੀਆਂ ਤੋਂ ਬਿਨਾਂ ਉੱਥੇ ਤੁਸੀਂ ਰਹਿ ਨਹੀਂ ਸਕਦੇ, ਜਾਂ ਮੀਟਰਾਂ ਤੋਂ ਬਿਨਾਂ। ਕਾਰਾਂ ਦਾ ਬਾਕੀ ਚੀਜ਼ਾਂ ਦਾ ਡਿਜ਼ਾਈਨ ਦੇਖ ਲਓ, ਉਹ ਵੀ ਏਸੀਆਂ ਤੋਂ ਬਿਨਾਂ ਨਹੀਂ ਤੁਸੀਂ ਰਹਿ ਸਕਦੇ। ਟੋਟਲ ਜ਼ਿੰਦਗੀ ਜਿਉਣ ਦਾ ਜੋ ਸਟਾਈਲ ਹੈ, ਜੋ ਜੀਵਨ ਜਾਂਚ ਹੈ, ਉਹ ਤੁਸੀਂ ਇਹੋ ਜਿਹੀ ਕਰਤੀ। ਇਸੇ ਕਰਕੇ ਪੈਰਿਸ ਦੇ ਵਿੱਚ ਦੁਨੀਆ ਦੇ ਦੇਸ਼ ਮਿਲਦੇ ਨੇ ਕਿ ਸਾਰੀ ਦੁਨੀਆ ਦੇ ਵਿੱਚ ਵਾਤਾਵਰਣ ਦਾ ਸੰਕਟ ਆ ਗਿਆ, ਆਪਾਂ ਕੀ ਕਰੀਏ। ਤੇ ਫਿਰ ਟਰੰਪ ਪਿੱਛੇ ਨਿਕਲ ਜਾਂਦਾ, ਪੈਸੇ ਦੇਣ ਲਈ ਤਿਆਰ ਨਹੀਂ। ਅਮੀਰ ਆਦਮੀ ਉਹਦੇ ਲਈ ਪੈਸੇ ਦੇਣ ਲਈ ਤਿਆਰ ਨਹੀਂ। ਫਿਰ ਕੀ ਹੋ ਜਾਂਦਾ? ਫਿਰ ਗਰੀਬ ਤੇ ਪਾ ਦਿਓ, ਤੇ ਗਰੀਬ ਪਹਿਲਾਂ ਹੀ ਮਰਿਆ ਪਿਆ ਤੇ ਉਹਦੇ ਕੋਲ ਉਨੇ ਪੈਸੇ ਨਹੀਂ ਹੈ। ਤੁਸੀਂ ਕਰਦੇ ਕੀ ਹੋ? ਜਿਵੇਂ ਵੱਡੇ ਮੁਲਕ ਕਹੀ ਜਾਂਦੇ ਵੀ ਵਿਕਾਸਸ਼ੀਲ ਤੇ ਜਿਹੜੇ ਮੁਲਕ ਨੇ ਉਹ ਆਪਣਾ ਪ੍ਰਦੂਸ਼ਣ ਘਟਾਉਣ, ਤੇ ਵੱਡੇ ਵਾਲੇ ਤਾਂ ਆਪਣਾ ਵੱਧ ਉਸ ਤੋਂ ਵੱਧ ਕਰ ਰਹੇ ਨੇ। ਸਭ ਤੋਂ ਜ਼ਿਆਦਾ ਮਾਤਰਾ ਹੀ ਜ਼ਿਆਦਾ ਉਹਨਾਂ ਦੀ ਹੈ ਨਾ। ਜੇ ਤੁਸੀਂ ਪਰ ਕੈਪੀਟਾ ਦੇਖੋਗੇ, ਆਫਟਰ ਆਲ ਮਨੁੱਖਾਂ ਦੇ ਲਿਹਾਜ਼ ਨਾਲ ਦੇਖੋਗੇ ਕਿੱਥੇ ਕਿੰਨੇ ਮਨੁੱਖ ਰਹਿ ਰਹੇ ਨੇ। ਔਰ ਜੇ ਅਮਰੀਕਾ ਸਾਡੇ ਨਾਲੋਂ ਪਰ ਕੈਪੀਟਾ 5 ਗੁਣਾ ਤੋਂ ਜ਼ਿਆਦਾ ਬਿਜਲੀ ਯੂਜ਼ ਕਰਦਾ ਜਾਂ ਬਾਕੀ, ਤਾਂ ਇਹਦਾ ਮਤਲਬ ਇੰਨਾ ਹੀ ਜ਼ਿਆਦਾ ਉਸੇ ਪੱਧਰ ਦੇ ਉੱਤੇ। ਜਿਹਦੇ ਕੋਲ ਪੈਸਾ ਉਹ ਪੰਜੀ ਕੱਢਣ ਲਈ ਤਿਆਰ ਨਹੀਂ। ਜਿਹਦੇ ਕੋਲ ਪੈਸਾ ਨਹੀਂ, ਡਿਵੈਲਪਿੰਗ ਕੰਟਰੀਜ਼ ਨੇ ਜਾਂ ਵਿਕਾਸਸ਼ੀਲ ਦੇਸ਼ ਨੇ, ਉਹਨਾਂ ਨੂੰ ਕਹਿੰਦੇ ਤੁਸੀਂ ਦਿਓ ਜੀ ਪੈਸੇ। ਉਹਦੇ ਕੋਲ ਪੈਸਾ ਹੈ ਨਹੀਂ। ਤੁਸੀਂ ਮਤਲਬ ਉਸ ਦਾ ਪ੍ਰਬੰਧ ਉਸੇ ਸਿਸਟਮ 'ਚ ਰਹਿ ਕੇ ਵੀ ਕਰਨ ਲਈ ਤਿਆਰ ਨਹੀਂ, ਬਲਕਿ ਹਾਲਾਂਕਿ ਇਸੇ ਸਿਸਟਮ ਦੇ ਵਿੱਚ ਪ੍ਰਦੂਸ਼ਣ ਦਾ ਮਾਮਲਾ, ਆਲਮੀ ਤਪਸ਼ ਦਾ ਮਾਮਲਾ, ਜਿਹੜਾ ਵੱਡਾ ਮਾਮਲਾ ਹੈ, ਜਿਹੜਾ ਜੀਵਨ ਦੀ ਹੋਂਦ ਨੂੰ ਖਤਰਾ ਬਣਿਆ ਹੋਇਆ ਹੈ, ਉਹਨੂੰ ਐਡਰੈਸ ਕਰਨ ਲਈ ਤਿਆਰ ਨਹੀਂ ਹੈ। ਇਸੇ ਕਰਕੇ ਉਹ ਕੁੜੀ ਜਦੋਂ 14 ਸਾਲ ਦੀ ਇੱਕ ਕੁੜੀ ਬੈਠ ਕੇ ਉਸ 'ਤੇ ਗੱਲ ਕਰਦੀ ਹੈ, ਹੂ ਡੇਅਰ ਯੂ, ਔਰ ਸਾਰੇ ਦੁਨੀਆ ਦੇ ਵੱਡੇ ਵੱਡੇ ਮਤਲਬ ਜਿਹੜੇ ਮੁਖੀ ਨੇ ਸਰਕਾਰਾਂ ਦੇ, ਉਹਨੂੰ ਕਹਿੰਦੀ ਹੈ ਕਿ ਤੁਸੀਂ ਸਾਡੇ ਸੁਪਨੇ ਮਾਰਤੇ ਨੇ, ਸਾਡਾ ਜੀਵਨ ਬਰਬਾਦ ਕਰਤਾ ਹੈ। ਇਹ ਤੁਹਾਨੂੰ ਕਿਹਨੇ ਹੱਕ ਦਿੱਤਾ ਹੈ ਇਹ ਜੀਵਨ ਬਰਬਾਦ ਕਰਨ ਦਾ? ਉਹ ਉਹਨਾਂ ਪਾਲਿਸੀ ਮੇਕਰਾਂ ਨੂੰ ਚੈਲੰਜ ਕਰਦੀ ਹੈ। ਤੇ ਤਾਂ ਦੁਨੀਆ ਦੇ ਵਿੱਚ ਇਹ ਲੱਗ ਰਿਹਾ ਕਿ ਹਾਂ ਇਹ ਕੁੜੀ ਨੇ ਠੀਕ ਗੱਲ ਕੀਤੀ। ਉਦੋਂ ਤਾਂ ਬਸ ਉਹਨੇ ਨਾਲ ਕੰਮ ਸਰ ਜਾਂਦਾ ਤੇ ਉਦੋਂ ਬਾਅਦ ਅਸੀਂ ਸੌਂ ਜਾਂਦੇ ਹਾਂ ਕਿ ਉਹਨਾਂ ਨੂੰ ਚੈਲੰਜ ਨਹੀਂ ਕਰਨਾ। ਫਿਰ ਮੋੜ ਘੋੜ ਕੇ ਆ ਜਾਓ, ਜਿਹੜਾ ਕਿਸੇ ਕਿਸਾਨ ਤੇ, ਕਿਸੇ ਮਜ਼ਦੂਰ ਤੇ, ਕਿਸੇ ਹੋਰ ਤੇ ਕਰ ਲਓ। ਪ੍ਰਦੂਸ਼ਣ ਦਾ ਸਭ ਤੋਂ ਬੜਾ ਸੋਮਾ ਕਾਰਪੋਰੇਟ ਡਿਵੈਲਪਮੈਂਟ ਦੇ ਮਾਡਲ 'ਚ ਪਿਆ। ਅਸੀਂ ਉੱਥੋਂ ਹੀ ਵੱਡੀਆਂ ਕਾਰਾਂ, ਮਹਿੰਗੀਆਂ ਕਾਰਾਂ, ਵੱਡਾ ਪ੍ਰਦੂਸ਼ਣ, ਵੱਡੀਆਂ ਫੈਕਟਰੀਆਂ, ਵੱਡੇ ਸਿਸਟਮ, ਉਹਨਾਂ 'ਤੇ ਤਾਂ ਅਸੀਂ ਉਹ ਜੰਤਰ ਵੀ ਨਹੀਂ ਲਾਉਂਦੇ ਜਿਹੜੇ ਜੰਤਰ ਲਾਉਣ ਲਈ ਕਿਹਾ ਜਾਂਦਾ, ਅਤੇ ਉਹ ਉਵੇਂ ਹੀ ਚੱਲਦੀਆਂ ਨੇ। ਅਸੀਂ ਜਿੰਨੇ ਵੀ ਪਾਣੀ ਪ੍ਰਦੂਸ਼ਣ ਦਾ ਮਾਮਲਾ ਸਾਰਾ ਉਵੇਂ ਪੈ ਰਿਹਾ, ਵੇਸਟ ਮਤਲਬ ਪ੍ਰਦੂਸ਼ਣ ਹੋ ਰਿਹਾ। ਨਹਿਰਾਂ ਦਾ ਪਾਣੀ, ਦਰਿਆਵਾਂ ਦਾ ਪਾਣੀ, ਕੁਝ ਨਹੀਂ ਕਰ ਰਹੇ। ਅਤੇ ਇਕੱਲਾ ਛੋਟੇ ਜਿਹੇ 'ਤੇ ਆ ਕੇ ਜਿਹੜਾ ਗਰੀਬ ਆਦਮੀ ਹੈ, ਜਿਹੜਾ ਉਸ ਲੈਵਲ ਦੀ ਬੁੱਕਤ ਨਹੀਂ ਰੱਖਦਾ ਜਾਂ ਉਸ ਲੈਵਲ ਦੀ ਤਾਕਤ ਨਹੀਂ ਰੱਖਦਾ ਪੋਲੀਟੀਕਲੀ ਜਾਂ ਇਕਨੋਮਿਕਲੀ, ਉਹਦੇ 'ਤੇ ਜ਼ਿਆਦਾ ਅਸੀਂ ਜਿਹੜਾ ਮਤਲਬ ਕੋਸ਼ਿਸ਼ ਕਰਦੇ ਹਾਂ ਉਹਨੂੰ ਹੋਰ ਦਬਾਉਣ ਦੀ। ਇਹ ਮਾਨਸਿਕਤਾ ਤਬਦੀਲ ਕਰਨ ਦਾ ਸਵਾਲ ਹੈ। ਧੰਨਵਾਦ ਦੋਸਤੋ, ਤੁਸੀਂ ਹਮੀਰ ਸਿੰਘ ਉਹਨਾਂ ਦੀ ਬੜੀਆਂ ਵਡਮੁੱਲੀਆਂ ਗੱਲਾਂ ਸੁਣੀਆਂ।
ਮੈਂ ਤਾਂ ਇਹ ਕਹੂੰਗਾ ਕਿ ਖੇਤੀ ਕਾਨੂੰਨਾਂ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਪਹਿਲਾਂ ਅੱਗ ਲਾਤੀ ਹੈ ਅਤੇ ਹੁਣ ਜਿਹੜਾ ਆਰਡੀਨੈਂਸ ਹੈ ਉਹਨਾਂ ਦੀ ਜ਼ਿੰਦਗੀ ਨੂੰ ਧੂੰਆਂ ਧੂੰਆਂ ਕਰ ਰਿਹਾ। ਧੰਨਵਾਦ।